ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਤ ਦੇ ਧਾਰਨੀ ਸਤਪੁਰਖ ਸ੍ਰਿਸ਼ਟੀ ਦਾ ਸ਼ਿੰਗਾਰ ਹੋਇਆ ਕਰਦੇ ਹਨ। ਉਹ ਅਜਿਹੇ ਪਾਰਜਾਤ ਰੁੱਖ ਸਮਾਨ ਹੁੰਦੇ ਹਨ ਜਿਸ ਦੀ ਛਾਂ ਸੰਘਣੀ ਅਤੇ ਫਲ ਰਸਦਾਇਕ ਹੁੰਦੇ ਹਨ। ਨਾਮ ਰੰਗ ਰਤੀਏ ਗੁਰ ਪਰਸੋਈਆ ਪੰਥ ਪ੍ਰਸਿੱਧ ਗੁਰਮੁਖ ਹਸਤੀਆਂ ਵਿੱਚੋਂ ਅਜਿਹੀ ਵਿਕਸੀ ਹੋਈ ਸ਼ਖਸੀਅਤ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਹੋਏ ਹਨ। ਨਾਮ ਦੀ ਲਾਲੀ ਨਾਲ ਦਗ ਦਗ ਕਰਦਾ ਆਪ ਦਾ ਨੂਰਾਨੀ ਚਿਹਰਾ ਹਰ ਪਾਸੇ ਖੇੜਾ ਵੰਡਦਾ ਸੀ। ਆਪ ਜੀ ਦੇ ਤਪ ਤੇਜ ਦਾ ਸਦਕਾ ਇਹ ਬਿਆਵਾਨ ਥੇ ਰਾਮਪੁਰ ਖੇੜਾ ਹੋ ਨਿਬੜਿਆ। ਆਪ ਜੀ ਦੀ ਨਿਰਮਲ ਪ੍ਰੇਰਣਾ ਅਤੇ ਗੁਰਮਤਿ ਪ੍ਰਚਾਰ ਸਦਕਾ ਬੇਸ਼ੁਮਾਰ ਜੀਵਨ ਗੁਰਮਤਿ ਦੇ ਧਾਰਨੀ ਬਣੇ ਅਤੇ ਖੰਡੇ ਵਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਜੀ ਦੀ ਗੋਦ ਵਿੱਚ ਬੈਠਣ ਲਾਇਕ ਹੋਏ। ਬਾਬਾ ਜੀ ਗੁਰਸਿੱਖਾਂ ਨੂੰ ਪਿਤਾ ਸਤਿਗੁਰ ਦਾ ਪਰਿਵਾਰ ਜਾਣ ਕੇ ਸਾਰਿਆਂ ਦਾ ਬਹੁਤ ਪਿਆਰ ਸਤਿਕਾਰ ਕਰਿਆ ਕਰਦੇ ਸਨ, ਕਿਉਂਕਿ ਬਾਬਾ ਜੀ ਦਾ ਸੁਭਾਅ ਬਹੁਤ ਹੀ ਨਿੱਘਾ ਸੀ। ਇੰਨੇ ਕਰਨੀ ਦੇ ਮਾਲਕ ਸੀ, ਪਰ ਉਹਨਾਂ ਦੇ ਸੁਭਾਅ ਤੋਂ ਰਤਾ ਵੀ ਪਤਾ ਨਹੀਂ ਸੀ ਲੱਗਦਾ। ਇੰਨੇ ਮਿਲੇ ਪ੍ਰੇਮੀ ਸੀਗੇ ਬਾਬਾ ਜੀ। ਪੁਰਾਣੇ ਸਮੇਂ ਵਿੱਚ ਮਾਤਾ ਪਿਤਾ ਆਪਣੇ ਬੱਚਿਆਂ ਦਾ ਬਾਲ ਵਿਵਾਹ ਕਰ ਦਿੰਦੇ ਸਨ। ਇਸੇ ਹੀ ਤਰ੍ਹਾਂ ਬਾਬਾ ਜੀ ਦੇ ਮਾਤਾ ਪਿਤਾ ਨੇ ਵੀ ਪੁਰਾਣੇ ਰੀਤੀ ਰਿਵਾਜਾਂ ਮੁਤਾਬਿਕ ਆਪ ਜੀ ਦਾ ਵਿਆਹ ਕਰਨ ਬਾਰੇ ਸੋਚਿਆ। ਬਾਬਾ ਜੀ ਨੇ ਬਹੁਤ ਮਨਾ ਕੀਤਾ, ਪਰ ਮਾਤਾ ਪਿਤਾ ਸਾਹਮਣੇ ਬਾਬਾ ਜੀ ਦੀ ਇੱਕ ਵੀ ਨਾ ਚੱਲੀ, ਕਿਉਂਕਿ ਉਦੋਂ ਮਾਤਾ ਪਿਤਾ ਦਾ ਕਿਹਾ ਹੋਇਆ ਬੱਚੇ ਕਦੀ ਨਹੀਂ ਮੋੜਦੇ ਸਨ। ਪੁਰਾਣੇ ਰੀਤੀ ਰਿਵਾਜਾਂ ਮੁਤਾਬਿਕ ਉਸ ਸਮੇਂ ਬਾਲ ਵਿਵਾਹ ਪ੍ਰਚਲਿਤ ਸੀ। ਸੋ ਮਾਤਾ ਪਿਤਾ ਜੀ ਨੇ ਬਾਬਾ ਜੀ ਦਾ ਵਿਆਹ ਵੀ 8 ਸਾਲ ਦੀ ਆਜੂ ਵਿੱਚ ਆਪਣੇ ਜ਼ਿਲ੍ਹੇ ਦੇ ਪਿੰਡ ਨੰਗਲਬੂਰੇ ਜੱਟਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਬੀਬੀ ਗਿਆਨ ਕੌਰ ਜੀ ਨਾਲ ਕਰ ਦਿੱਤਾ। ਆਪ ਜੀ ਦਾ ਕਹਿਣਾ ਸੀ ਕਿ ਅਸੀਂ ਬਹੁਤ ਮਾਤਾ ਜੀ ਨੂੰ ਕਿਹਾ, ਮਾਤਾ ਜੀ ਮੇਰਾ ਚਿੱਤ ਗ੍ਰਸਤੀ ਵਿੱਚ ਪੈਣ ਨੂੰ ਨਹੀਂ ਕਰਦਾ, ਤੁਸੀਂ ਮੇਰਾ ਵਿਆਹ ਨਾ ਕਰੋ। ਪਰ ਮਾਤਾ ਪਿਤਾ ਦੀ ਰੀਝ ਅੱਗੇ ਸਾਡੀ ਕੋਈ ਪੇਸ਼ ਨਾ ਚੱਲੀ। ਪਰ ਇਹ ਵਿਆਹ ਵੀ ਕੋਈ ਪੂਰਬਲਾ ਸੰਜੋਗ ਪੂਰਾ ਕਰਨ ਵਾਲੀ ਗੱਲ ਹੀ ਸੀ। ਤਕਰੀਬਨ 1 ਸਾਲ ਦੇ ਅਰਸੇ ਵਿੱਚ ਹੀ ਅਜੇ ਬੀਬੀ ਗਿਆਨ ਕੌਰ ਦੁਆਰਾ ਪਿੰਡ ਧੁੱਗੇ ਵੀ ਨਹੀਂ ਆਏ ਸੀ ਕਿ ਪਲੇਗ ਦੀ ਬਿਮਾਰੀ ਨਾਲ ਬੀਬੀ ਜੀ ਸਰੀਰ ਛੱਡ ਗਏ। ਕਿਉਂਕਿ ਪੁਰਾਣੇ ਸਮੇਂ ਵਿੱਚ ਜਦੋਂ ਬਾਲ ਵਿਵਾਹ ਹੁੰਦੇ ਹਨ ਤਾਂ ਵਿਆਹ ਤੋਂ ਬਾਅਦ ਜੋ ਲੜਕੀ ਹੁੰਦੀ ਹੈ ਉਹ ਆਪਣੇ ਮਾਪਿਆਂ ਕੋਲ ਚਲੇ ਜਾਂਦੀ ਸੀ, ਤੇ ਕੁਝ ਸਮੇਂ ਬਾਅਦ ਫਿਰ ਜਦੋਂ ਥੋੜੀ ਉਹਨੂੰ ਸੁਰਤ ਆਉਂਦੀ ਸੀ ਫਿਰ ਉਸ ਨੂੰ ਆਪਣੇ ਪਤੀ ਦੇ ਘਰ ਭੇਜ ਦਿੱਤਾ ਜਾਂਦਾ ਸੀ। ਪਰ ਵਿਆਹ ਤੋਂ ਬਾਅਦ ਬੀਬੀ ਗਿਆਨ ਕੌਰ ਜੀ ਆਪਣੇ ਪੇਕੇ ਘਰ ਚਲੇ ਗਏ ਤੇ ਉੱਥੇ ਉਹਨਾਂ ਨੂੰ ਪਲੇਗ ਦੀ ਬਿਮਾਰੀ ਹੋਣ ਨਾਲ ਉਹਨਾਂ ਨੇ ਆਪਣਾ ਸਰੀਰ ਛੱਡ ਗਏ। ਸੱਸ ਸਹੁਰੇ ਨੇ ਛੋਟੀ ਲੜਕੀ ਦਾ ਰਿਸ਼ਤਾ ਬਾਬਾ ਜੀ ਨਾਲ ਕਰਨ ਦੀ ਗੱਲ ਸਰਦਾਰ ਅਸ਼ਰ ਸਿੰਘ ਜੀ ਨਾਲ ਚਲਾਈ। ਜਦੋਂ ਬਾਬਾ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਆਪ ਜੀ ਨੇ ਬੜੀ ਦ੍ਰਿੜਤਾ ਨਾਲ ਮਾਤਾ ਜੀ ਨੂੰ ਇਹ ਸ਼ਬਦ ਕਹੇ ਕਿ ਮਾਤਾ ਜੀ ਮੈਂ ਉੱਕਾ ਹੀ ਗ੍ਰਸਤ ਵਿੱਚ ਨਹੀਂ ਪੈਣਾ। ਜੇ ਤੁਸੀਂ ਪਹਿਲਾਂ ਵਾਂਗ ਹੀ ਮੇਰਾ ਰਿਸ਼ਤਾ ਕਰ ਦਿੱਤਾ ਤਾਂ ਉਹ ਬੀਬੀ ਵੀ ਜਲਦੀ ਹੀ ਮਰ ਜਾਵੇਗੀ, ਸੋ ਮੇਰੇ ਵਿਆਹ ਦਾ ਖਿਆਲ ਛੱਡ ਦੇਵੋ। ਬਾਬਾ ਜੀ ਦੁਆਰਾ ਦ੍ਰਿੜਤਾ ਸਹਿਤ ਕਹੇ ਇਹਨਾਂ ਸ਼ਬਦਾਂ ਨੇ ਮਾਤਾ ਜੀ ਦੇ ਹਿਰਦੇ ਨੂੰ ਬਹੁਤ ਪ੍ਰੇਰਣਾ ਦਿੱਤੀ ਤੇ ਉਹਨਾਂ ਨੇ ਬੀਬੀ ਗਿਆਨ ਕੌਰ ਜੀ ਦੇ ਮਾਪਿਆਂ ਨੂੰ ਸਾਫ਼ ਜਵਾਬ ਦੇ ਦਿੱਤਾ। ਬਾਬਾ ਜੀ ਨੇ ਸਾਰੀ ਆਜੂ ਜਤ ਸਤ ਵਿੱਚ ਪਰਪੱਕ ਰਹਿੰਦੇ ਹੋਏ ਸੁਰਤ ਨੂੰ ਗੁਰੂ ਚਰਨਾਂ ਨਾਲ ਲਵਲੀਨ ਕਰਕੇ ਆਪਣੇ ਜੀਵਨ ਦਾ ਆਧਾਰ ਬਣਾ ਕੇ ਬਤੀਤ ਕੀਤੀ ਸੀ। ਤੇ ਫਿਰ ਇੱਕ ਦਿਨ ਬਾਬਾ ਜੀ ਦੀ ਅੰਤਰਾਤਮਾ ਉਹ ਤਾਂ ਪਹਿਲਾਂ ਹੀ ਪ੍ਰਭੂ ਪਰਮਾਤਮਾ ਨਾਲ ਲਵਲੀਨ ਸੀ। ਪਤਾ ਨਹੀਂ ਕਿਤਨੇ ਕੇ ਜਨਮ ਦੀ ਭਗਤੀ ਇਕੱਠੀ ਹੋ ਕੇ ਇੱਕ ਜਨਮ ਵਿੱਚ ਆ ਕੇ ਜੀਵ ਸਾਧੂ ਬਣਦਾ ਹੈ, ਇੱਕ ਤਪਸਵੀ ਬਣਦਾ ਹੈ। ਉਹ ਸਮਾਂ ਪਤਾ ਨਹੀਂ ਕਿਤਨੇ ਕੇ ਯੁੱਗਾਂ ਬਾਅਦ ਆਉਂਦਾ ਹੈ। ਬਾਬਾ ਜੀ ਦੀ ਕਾਲ ਕਮਾਈ ਪਿਛਲੇ ਪਤਾ ਨਹੀਂ ਕਿਤਨੇ ਕੇ ਜਨਮਾਂ ਦੀ ਸੀ। ਬਸ ਅਕਾਲ ਪੁਰਖ ਨੇ ਉਹਨਾਂ ਦੀ ਭਗਤੀ
ਤੇ ਉਹਨਾਂ ਦੀ ਸ਼ਕਤੀ ਵਿੱਚ ਇੱਕ ਪਰਦਾ ਸੁੱਟਿਆ ਹੋਇਆ ਸੀ, ਜਿਸ ਨਾਲ ਉਹਨਾਂ ਨੂੰ ਆਪਣੇ ਅੰਦਰ ਤਾਂ ਗਿਆਨ ਨਹੀਂ ਸੀ ਹੋ ਰਿਹਾ। ਬਾਬਾ ਜੀ ਬਹੁਤ ਸਾਧੂਆਂ ਦੇ ਕੋਲ ਗਏ ਆਪਣੇ ਜੀਵਨ ਵਿੱਚ ਅੰਤਰਮੁਖੀ ਗਿਆਨ ਹਾਸਲ ਕਰਨ ਲਈ, ਪਰ ਉਹਨਾਂ ਨੂੰ ਕਿਤੇ ਵੀ ਨਾ ਮਿਲਿਆ। ਇਸ ਅੰਤਰਮੁਖੀ ਗਿਆਨ ਨੂੰ ਹਾਸਲ ਕਰਨ ਲਈ ਬਹੁਤ ਸਮੇਂ ਬਾਬਾ ਜੀ ਨੇ ਇੱਦਾਂ ਹੀ ਖੋਜ ਕੀਤੀ। ਬਾਬਾ ਜੀ ਦੱਸਿਆ ਕਰਦੇ ਸਨ ਕਿ ਬਚਪਨ ਵਿੱਚ ਹੀ ਬਾਬਾ ਜੀ ਨੂੰ ਘਰ-ਬਾਰ ਤਿਆਗ ਕੇ ਸਾਧੂ ਬਣਨ ਅਤੇ ਪਰਮੇਸ਼ਵਰ ਪ੍ਰਾਪਤੀ ਦੀ ਅਤ ਲਗਨ ਸੀ। ਆਪ ਜੀ ਦੇ ਦੇਖਦਿਆਂ ਹੀ ਪਿੰਡ ਦੇ 2 ਜ਼ਿਮੀਂਦਾਰ ਸਾਧ ਬਣ ਗਏ, ਪਰ 1 ਸਾਲ ਦੇ ਅੰਦਰ ਹੀ ਵਾਪਸ ਪਰਤ ਆਏ। ਉਹਨਾਂ ਨੇ ਤਾਂ ਆਉਂਦਿਆਂ ਹੀ ਸਾਧੂ ਵੇਸ ਲਾ ਕੇ ਖੇਤੀ ਕਰਨੀ ਆਰੰਭ ਕਰ ਦਿੱਤੀ ਅਤੇ ਦੂਜੇ 6 ਮਹੀਨੇ ਆਪਣੀ ਹਵੇਲੀ ਵਿੱਚ ਧੂਆਂ ਲਾ ਕੇ ਲੋਕਾਂ ਨੂੰ ਰਾਖ ਵਗੈਰਾ ਦਿੱਤੀ ਤੇ ਅਖੀਰ ਉਹ ਵੀ ਵਿਆਹ ਕਰਵਾ ਕੇ ਕੰਮਕਾਰ ਕਰਨ ਲੱਗ ਪਿਆ। ਬਾਬਾ ਜੀ ਦੱਸਿਆ ਕਰਦੇ ਸਨ ਕਿ ਉਹਨਾਂ ਵੱਲ ਵੇਖ ਕੇ ਮਨ ਵਿੱਚ ਸਾਧੂਆਂ ਪ੍ਰਤੀ ਵੀ ਗਿਲਾਨੀ ਪੈਦਾ ਹੋ ਗਈ, ਜੋ ਸਾਲ 2 ਸਾਲ ਨੂੰ ਮੋਹ ਵਸ ਹੋ ਕੇ ਮੁੜ ਘਰ ਹੀ ਆਉਣਾ ਹੈ ਤਾਂ ਘਰ ਛੱਡਣਾ ਕਿਸ ਵਾਸਤੇ ਹੈ। ਫਿਰ ਤਾਂ ਘਰ ਵਿੱਚ ਹੀ ਕੰਮਕਾਰ ਕਰਦੇ ਪਰਮੇਸ਼ਵਰ ਦੀ ਯਾਦ ਹਿਰਦੇ 'ਚ ਬਸਾਉਣੀ ਤਥਾ ਨਾਮ ਜਪਣਾ ਯੋਗ ਹੈ। ਕਿਉਂਕਿ ਬਾਬਾ ਜੀ ਫਿਰ ਸੋਚਣ ਲੱਗ ਪਏ ਕਿ ਘਰ ਵਿੱਚ ਰਹਿ ਕੇ ਕੰਮਕਾਰ ਕਰਦਿਆਂ ਹੀ ਪ੍ਰਭੂ ਦਾ ਨਾਮ ਲੈਣਾ ਸਭ ਤੋਂ ਉੱਤਮ ਕਰਮ ਹੈ। ਅੰਦਰ ਜੋ ਪ੍ਰੇਮ ਕਸਕ ਸੀ ਉਸ ਨੂੰ ਪੂਰਾ ਕਰਨ ਲਈ ਆਤਮਾ ਸੇਧ ਚਾਹੁੰਦੀ ਸੀ। ਇਲਾਕੇ 'ਚ ਜਿੱਥੇ ਕਿਤੇ ਵੀ ਕਿਸੇ ਸਾਧੂ ਦੀ ਸ਼ੋਈ ਮਿਲਦੀ, ਆਪ ਜੀ ਦਰਸ਼ਨ ਨੂੰ ਜਾਂਦੇ ਅਤੇ ਪਰਖ ਦੀ ਨਿਗਾਹ ਨਾਲ ਉਸ ਦੀ ਨਿੱਜੀ ਜੀਵਨੀ ਨੂੰ ਪਰਖਦੇ। ਇਨ੍ਹਾਂ ਹੀ ਦਿਨਾਂ ਵਿੱਚ ਆਪ ਜੀ ਦੇ ਆਪਣੇ ਹੀ ਪਿੰਡ ਧੁੱਗੇ ਕਲਾਂ ਵਿੱਚ ਇੱਕ ਉਦਾਸੀ ਸਾਧੂ, ਜਿਸ ਦਾ ਨਾਮ ਸੰਤੋਖ ਦਾਸ ਸੀ, ਪਿੰਡ ਤੋਂ ਬਾਹਰ ਇੱਕ ਤਕੀਏ ਵਿੱਚ ਛੱਪੜ ਕਿਨਾਰੇ ਆ ਟਿਕਿਆ। ਪਰ ਬਾਬਾ ਜੀ ਉਸ ਨੂੰ ਮਿਲਣ ਨਹੀਂ ਗਏ। ਰੱਬ ਦੀ ਨੇਤ ਬਾਰਿਸ਼ ਹੋਣ ਲੱਗ ਪਈ, ਪਰ ਉਹ ਸੰਤੋਖੀ ਸਾਧੂ ਆਪਣੇ ਨਾਮ ਉੱਪਰ ਪੂਰਾ ਉਤਰਿਆ। ਬਾਰਿਸ਼ ਵਿੱਚ ਵੀ ਉਹ ਉੱਥੇ ਹੀ ਬੈਠਾ ਰਿਹਾ ਅਤੇ ਨਾ ਹੀ ਪਿੰਡ ਵਿੱਚ ਮੰਗਣ ਗਿਆ। 3 ਦਿਨ ਲਗਾਤਾਰ ਮੀਂਹ ਪੈਂਦਾ ਰਿਹਾ। ਬਾਬਾ ਜੀ ਹਰ ਰੋਜ਼ ਸਵੇਰ ਸ਼ਾਮ ਦੂਰੋਂ ਉਸ ਨੂੰ ਤੱਕਦੇ ਕਿ ਸ਼ਾਇਦ ਸਾਧੂ ਚਲਾ ਗਿਆ ਹੋਵੇਗਾ, ਪਰ ਉਸ ਦੀ ਦ੍ਰਿੜਤਾ ਅਤੇ ਸੰਤੋਖ ਨੇ ਬਾਬਾ ਜੀ ਦੀ ਆਤਮਾ ਤੇ ਅਸਰ ਪਾਇਆ। ਆਪ ਜੀ ਨੇ ਘਰੋਂ ਸੁੱਕੀਆਂ ਲੱਕੜਾਂ ਸਿਰ ਤੇ ਚੁੱਕੀਆਂ ਅਤੇ ਲੰਗਰ ਪਾਣੀ ਲੈ ਕੇ ਸਾਧੂ ਸੰਤੋਖ ਦਾਸ ਦੇ ਚਰਨਾਂ 'ਚ ਹਾਜ਼ਰ ਹੋਏ। ਧੂਆਂ ਬਾਲ ਦਿੱਤਾ ਅਤੇ ਸਾਧੂ ਨੂੰ ਲੰਗਰ ਛਕਾ ਕੇ ਮਨ ਗਦਗਦ ਹੋ ਗਿਆ। ਮਨ ਵਿੱਚ ਸਾਧੂ ਪ੍ਰਤੀ ਜੋ ਨਫ਼ਰਤ ਬਣ ਚੁੱਕੀ ਸੀ, ਉਹ ਸੰਤੋਖ ਦਾਸ ਦੇ ਸੰਤੋਖ ਨੇ ਦੂਰ ਕਰ ਦਿੱਤੀ। ਹੁਣ ਹਰ ਰੋਜ਼ ਬਾਬਾ ਜੀ ਦਾ ਨਿਯਮ ਬਣ ਗਿਆ ਕਿ ਦਿਨ ਰਾਤ ਧੂਏ ਨੂੰ ਚੱਲਦਾ ਰੱਖਣਾ ਲਈ ਘਰੋਂ ਲੱਕੜਾਂ ਲੈ ਜਾਣੀਆਂ ਅਤੇ ਸਵੇਰ ਸ਼ਾਮ ਲੰਗਰ ਪੁੱਜਦਾ ਕਰਨਾ। ਇੱਥੇ ਹੀ ਵਸ ਨਹੀਂ, ਤਕੀਏ ਤੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ। ਜਿੰਨਾ ਵੀ ਜਲ ਪਰਮਾਤਮਾ ਜਾਂ ਮਹਾਤਮਾ ਨੇ ਕਹਿਣਾ, ਉੱਥੋਂ ਬਾਲਟੀਆਂ ਨਾਲ ਜਮ੍ਹਾਂ ਕਰ ਦੇਣਾ। ਕੁਝ ਦੇਰ ਕੋਲ ਬੈਠ ਕੇ ਸੰਗਤ ਕਰਨੀ ਤੇ ਬਾਕੀ ਸਮਾਂ ਘਰ ਪਿਤਾ ਜੀ ਨਾਲ ਕੰਮਕਾਰ 'ਚ ਹੱਥ ਵਟਾਉਣਾ। ਖੇਤਾਂ ਵਿੱਚ ਵੀ ਪਿਤਾ ਜੀ ਨਾਲ ਹਲ ਵਾਹੀ ਦਾ ਕੰਮ ਬਾਕੀ ਭਰਾਵਾਂ ਨਾਲੋਂ ਅੱਗੇ ਹੋ ਕੇ ਕਰਦੇ ਸਨ। ਇਸ ਪ੍ਰਕਾਰ ਬਾਬਾ ਨਾਮਦੇਵ ਜੀ ਦੇ ਕਥਨ ਅਨੁਸਾਰ ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਭਾਵ ਕੰਮਕਾਰ ਕਰਦਿਆਂ ਵੀ ਚਿੱਤ ਨਿਰੰਜਨ ਨਾਲ ਹੀ ਲੱਗਾ ਰਹਿੰਦਾ ਸੀ। ਦੇ ਪੂਰਨਿਆਂ ਤੇ ਚੱਲ ਕੇ ਸੰਸਾਰਿਕ ਕਿਰਤ ਵੀ ਕਰਦੇ ਅਤੇ ਪਰਮੇਸ਼ਰ ਜੀ ਵੱਲੋਂ ਜੀਵ ਜਿੰਮੇ ਲਾਈ ਡਿਊਟੀ ਵਿੱਚ ਵੀ ਰਤਾ ਫਰਕ ਨਾ ਪੈਣ ਦਿੰਦੇ। ਸਾਧੂ ਸੰਤੋਖ ਦਾਸ ਦੀ ਕੇਵਲ ਸਾਧੂ ਜਾਣ ਕੇ ਸੇਵਾ ਕਰਦੇ। ਇਹਨਾਂ ਦੀ ਸੰਗਤ ਨਾਲ ਬਾਬਾ ਜੀ ਨੇ ਉਦਾਸੀ ਮਤ ਤੇ ਸੰਸਕਾਰ ਗ੍ਰਹਿਣ ਨਹੀਂ ਕੀਤੇ। ਆਪ ਜੀ ਗੁਰਮਤਿ ਦੇ ਪੂਰਨ ਧਾਰਨੀ ਅਤੇ ਦ੍ਰਿੜ ਵਿਸ਼ਵਾਸੀ ਰਹੇ। ਸਾਰਾ ਦਿਨ ਮੂਲ ਮੰਤਰ ਅਤੇ ਗੁਰਮੰਤਰ ਦਾ ਅਭਿਆਸ ਕਰਦੇ ਰਹਿੰਦੇ। ਭਾਵ ਕੁਝ ਸਾਲਾਂ ਦੀ ਸੇਵਾ ਤੋਂ ਬਾਅਦ ਸਾਧੂ ਸੰਤੋਖ ਦਾਸ ਜੀ ਨੇ ਬਾਬਾ ਜੀ ਨੂੰ ਪ੍ਰੇਰਣਾ ਦਿੱਤੀ ਕਿ 40 ਦਿਨ ਮੇਰੇ ਵੱਲੋਂ ਦੱਸੀ ਵਿਧੀ ਅਨੁਸਾਰ ਜਾਪ ਕਰੋ। ਹਨੂਮਾਨ, ਭੈਰੋ ਤੇ ਹੋਰ ਦੇਵਤੇ ਤੁਹਾਡੇ ਬਸ ਵਿੱਚ ਹੋ ਜਾਣਗੇ ਅਤੇ ਤੁਹਾਡੇ ਹੁਕਮ ਅਨੁਸਾਰ ਸਾਰੇ ਕੰਮ ਕਰਨਗੇ।
ਤੁਹਾਨੂੰ ਬਾਗ ਸਿੱਧੀ ਵੀ ਪ੍ਰਾਪਤ ਹੋ ਜਾਵੇਗੀ। ਪਰੰਤੂ ਬਾਬਾ ਜੀ ਨੇ ਤਾਂ ਇਹ ਆਖ ਕੇ ਨਾ ਕਰ ਦਿੱਤੀ ਸੀ ਕਿ ਮੈਨੂੰ ਤਾਂ ਪਰਮੇਸ਼ਵਰ ਪ੍ਰਾਪਤੀ ਦੀ ਲਾਲਸਾ ਹੈ। ਮੈਂ ਰਿੱਧੀਆਂ ਸਿੱਧੀਆਂ ਵਾਲੇ ਰਸਤੇ ਨਹੀਂ ਪੈਣਾ ਚਾਹੁੰਦਾ, ਕਿਉਂਕਿ ਇਹ ਤਾਂ ਪਰਮੇਸ਼ਵਰ ਤੋਂ ਪਰੇ ਲੈ ਜਾਣ ਵਾਲੀ ਗੱਲ ਹੈ। ਕਿਉਂਕਿ ਕੁਝ ਸਮੇਂ ਬਾਅਦ ਮਹਾਂਪੁਰਖਾਂ ਦੀ ਜ਼ਿੰਦਗੀ ਵਿੱਚ ਇਹੋ ਜਿਹਾ ਸਮਾਂ ਆਉਂਦਾ ਹੈ, ਉੱਥੇ ਦੋ ਰਿਸ਼ਤੇ ਮਿਲਦੇ ਹਨ। ਇੱਕ ਰਿੱਧੀਆਂ ਸਿੱਧੀਆਂ ਵੱਲ ਜਾਂਦਾ ਹੈ, ਦੂਜਾ ਰਸਤਾ ਪਰਮੇਸ਼ਰ ਵੱਲ ਜਾਂਦਾ ਹੈ। ਉੱਥੇ ਆ ਕੇ ਜੀਵ ਨੇ ਆਪਣੀ ਚੋਣ ਕਰਨੀ ਹੁੰਦੀ ਕਿ ਮੈਂ ਰਿੱਧੀਆਂ ਸਿੱਧੀਆਂ ਵੱਲ ਜਾਣਾ ਹੈ ਜਾਂ ਪਰਮੇਸ਼ਰ ਵੱਲ ਜਾਣਾ ਹੈ, ਕਿਉਂਕਿ ਪਰਮੇਸ਼ਰ ਵੱਲ ਜਾ ਕੇ ਤਾਂ ਸੱਤ ਹੀ ਸੱਤ ਹੈ, ਸੰਤੋਖ ਹੀ ਸੰਤੋਖ ਹੈ। ਰਿੱਧੀਆਂ ਸਿੱਧੀਆਂ ਤਾਂ ਸੰਸਾਰਿਕ ਜੀਵਨ ਹੈ, ਸੰਸਾਰ ਵਿੱਚ ਹੀ ਰਹਿ ਜਾਣੀਆਂ ਹੈ। ਬਾਬਾ ਜੀ ਨੇ ਲਗਾਤਾਰ ਬਿਨਾਂ ਕੋਈ ਨਾਗਾ ਪਾਏ ਤੇ ਪੂਰੇ 11 ਸਾਲ ਇਹਨਾਂ ਸੰਤਾਂ ਦੀ ਸੇਵਾ ਕੀਤੀ। ਇੱਕ ਦਿਨ ਖੇਤਾਂ ਵਿੱਚ ਕੰਮ ਕਰਦਿਆਂ ਆਪ ਜੀ ਦੇ ਮਨ ਵਿੱਚ ਇੱਕ ਖਿਆਲ ਤੀਬਰ ਪ੍ਰਸ਼ਨ ਦੇ ਰੂਪ ਵਿੱਚ ਸਾਹਮਣੇ ਆਇਆ ਕਿ ਮੈਂ ਕੀ ਹਾਂ। ਕੰਮ ਛੱਡ ਕੇ ਬੈਠ ਕੇ ਸੋਚਿਆ ਕਿ ਮੈਂ ਸਰੀਰ ਤਾਂ ਹੈ ਨਹੀਂ, ਮੇਰੇ ਅੰਦਰ ਕੋਈ ਹੋਰ ਚੇਤਨ ਸੱਤਾ ਹੈ ਜੋ ਮੇਰੇ ਸਰੀਰ ਨੂੰ ਵੀ ਚਲਾ ਰਹੀ ਹੈ। ਫਿਰ ਮਨ ਵਿੱਚ ਵਿਚਾਰ ਫੁਰਿਆ ਕਿ ਚਲੋ ਸੰਤਾਂ ਨੂੰ ਪੁੱਛਦੇ ਹਾਂ। ਆਪ ਜੀ ਕੰਮ ਅਧੂਰਾ ਛੱਡ ਕੇ ਸੰਤਾਂ ਪਾਸ ਪੁੱਜੇ। ਨਮਸਕਾਰ ਕਰਕੇ ਸੰਤਾਂ ਅੱਗੇ ਆਪਣੇ ਅੰਦਰੋਂ ਉਤਪੰਨ ਹੋਇਆ ਸਵਾਲ ਰੱਖਿਆ ਕਿ ਕਿਰਪਾ ਕਰਕੇ ਦੱਸੋ ਮੈਂ ਕੀ ਹਾਂ। ਕੁਝ ਦੇਰ ਚੁੱਪ ਰਹਿਣ ਪਿੱਛੋਂ ਸੰਤਾਂ ਨੇ ਉੱਤਰ ਦਿੱਤਾ, ਹਰਨਾਮ ਸਿੰਘ, ਜੇ ਇਹ ਗੱਲ ਪੁੱਛਣੀ ਹੈ ਤਾਂ ਸਿਰ ਵਿੱਚ ਸੁਆਹ ਪਾ ਕੇ ਸਾਡਾ ਚੇਲਾ ਬਣ। ਆਪ ਜੀ ਨੇ ਮਨ ਨੂੰ ਅਤਿਅੰਤ ਠੇਸ ਪਹੁੰਚੀ ਤੇ ਮਨ ਵਿੱਚ ਵਿਚਾਰ ਆਇਆ ਕਿ ਇਹ ਮੈਨੂੰ ਸਿੱਖ ਸਮਝਦੇ ਹਨ ਤੇ ਮੈਂ ਹਾਂ ਵੀ ਸਿੱਖ। ਮੈਂ ਤਾਂ ਇਹਨਾਂ ਨੂੰ ਅਦੈਪਤ ਸਾਧੂ ਜਾਣ ਕੇ ਸੇਵਾ ਕਰ ਰਿਹਾ ਹਾਂ। ਇਹਨਾਂ ਦੇ ਮਨ ਵਿੱਚ ਸਿੱਖ ਅਤੇ ਉਦਾਸੀ ਦਾ ਵਿਤਕਰਾ ਹੈ। ਉਸੇ ਵਕਤ ਜਵਾਬ ਦਿੱਤਾ ਕਿ ਮੈਂ ਤਾਂ ਆਪ ਜੀ ਨੂੰ ਸਮਦ੍ਰਿਸ਼ਟੀ ਵਾਲੇ ਸਾਧੂ ਜਾਣ ਕੇ ਸੇਵਾ ਕਰਦਾ ਹਾਂ। ਜੇਕਰ ਤੁਸੀਂ ਸਿਰ ਵਿੱਚ ਸੁਆਹ ਪਾਏ ਤੇ ਚੇਲਾ ਬਣਾਏ ਤੋਂ ਬਿਨਾਂ ਮੈਨੂੰ ਇਹ ਗੱਲ ਨਹੀਂ ਦੱਸਣੀ ਤਾਂ ਮੈਂ ਸਿੱਖੀ ਹਾਂ ਅਤੇ ਸਿਰ ਵਿੱਚ ਸੁਆਹ ਪਾਉਣ ਨੂੰ ਤੇ ਕਿਸੇ ਦਾ ਚੇਲਾ ਬਣਨ ਨੂੰ ਤਿਆਰ ਨਹੀਂ। ਸੋ ਚੰਗਾ ਇਹ ਹੀ ਹੈ ਕਿ ਅੱਗੋਂ ਤੋਂ ਮੈਂ ਤੁਹਾਡੇ ਪਾਸੋਂ ਕੋਈ ਵੀ ਗੱਲ ਨਹੀਂ ਪੁੱਛਾਂਗਾ। ਉਸ ਦਿਨ ਤੋਂ ਬਾਅਦ ਬਾਬਾ ਜੀ ਨੇ ਸਾਧੂ ਸੰਤੋਖ ਦਾਸ ਜੀ ਉੱਤੇ ਜੋ ਪਰਮਾਰਥ ਪ੍ਰਾਪਤੀ ਦਾ ਰਸਤਾ ਪੁੱਛਣ ਲਈ ਟੇਕ ਰੱਖੀ ਹੋਈ ਸੀ, ਉਸ ਦੀ ਆਸ ਦੇ ਟੁਕੜੇ ਟੁਕੜੇ ਹੋ ਗਏ। ਹੁਣ ਤਾਂ ਕੇਵਲ ਕਰਤੇ ਦੀ ਆਸ ਹੀ ਬਾਕੀ ਰਹਿ ਗਈ ਸੀ, ਕਿਉਂਕਿ ਬਾਬਾ ਜੀ ਤਾਂ ਉਸ ਦੀ ਸੇਵਾ ਇਸ ਲਈ ਕਰਦੇ ਸਨ ਕਿ ਮੈਨੂੰ ਮੇਰੀ ਅੰਤਰਾਤਮਾ ਦੀ ਪਛਾਣ ਹੋਵੇ, ਕਿਉਂਕਿ ਉਹ ਤਾਂ ਤਪਸਵੀ ਪਹਿਲੇ ਹੀ ਬਹੁਤ ਸਨ। ਸਿਰਫ ਇੱਕ ਮਹਾਰਾਜ ਨੇ, ਇੱਕ ਅਕਾਲ ਪੁਰਖ ਨੇ ਉਹਨਾਂ ਦੇ ਅੰਦਰ ਇੱਕ ਪਰਦਾ ਪਾਇਆ ਹੋਇਆ ਸੀ, ਸਿਰਫ ਇਸ ਦੁਨੀਆ ਨੂੰ ਸਿੱਧੇ ਰਾਹੇ ਪਾਉਣ ਲਈ। ਇਸ ਕਰਕੇ ਸਭ ਦਾ ਮਹਾਰਾਜ ਭਲਾ ਕਰਨ। ਅੱਗੇ ਅਸੀਂ ਜੁੜੇ ਰਵਾਂਗੇ ਬਾਬਾ ਜੀ ਦੀ ਇਸੇ ਤਰ੍ਹਾਂ ਜੀਵਨੀ ਨਾਲ, ਕਿਉਂਕਿ ਸਾਧੂ ਸੰਗਤਾਂ ਦੀ ਜੀਵਨੀ ਨਾਲ ਸਾਡੇ ਜ਼ਿੰਦਗੀ ਨੂੰ, ਸਾਡੇ ਨਾਮ ਜਪਣ ਦੇ ਰਸ ਨੂੰ ਬਹੁਤ ਸੇਧ ਮਿਲਦੀ ਹੈ, ਬਹੁਤ ਆਨੰਦ ਆਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।